ਸਾਡਾ 4400 ਕਰੋੜ ਰੁਪਏ ਜਿਹੜਾ GST ਦਾ ਬਕਾਇਆ ਹੈ, ਤਾਂ ਉਹਨਾਂ ਨੇ ਕਿਹਾ ਕਿ ਮੈਡਮ ਹਰਸਿਮਰਤ ਕੌਰ ਬਾਦਲ ਜੇ ਉਹਨਾਂ ਦੀ ਕੋਈ ਸੁਣਦਾ ਤਾਂ ਸਾਡਾ 4400 ਕਰੋੜ ਰੁਪਏ ਲੱਗਦੇ, ਸਾਨੂੰ ਕੇਂਦਰ ਤੋਂ ਕੋਈ ਮਦਦ ਦੀ ਲੋੜ ਨਹੀਂ ਹੈ। ਮੈਂ ਮਨਪ੍ਰੀਤ ਬਾਦਲ ਜੀ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਕਹਾਂਗੀ ਕਿ ਪਹਿਲੇ ਤਾਂ ਜਿਹੜੀ ਉਹਨੇ ਦੀ ਜ਼ਿੰਮੇਵਾਰੀ ਆਪਣੇ ਲੋਕਾਂ ਦੀ ਹਾਹਾਕਾਰ ਤੇ ਪੁਕਾਰ ਸੁਣਨ। ਜਿਹੜਾ ਉਹ ਮੰਗ ਕਰ ਰਹੇ ਨੇ ਸਾਨੂੰ ਢਿੱਡ ਭਰਨ ਵਾਸਤੇ, ਕਰੋਨਾ ਤਾਂ ਕੀ ਮਾਰੂਗਾ, ਅਸੀਂ ਭੁੱਖੋਂ ਮਰ ਜਾਾਂਗੇ, ਤੇ ਜਿਹੜਾ ਕੁਝ ਉਹਨਾਂ ਦੇ ਕੋਲ ਆਇਆ ਹੈ ਪਹਿਲੇ ਉਹ ਤਾਂ ਲੋਕਾਂ ਤਾਈਂ ਪਹੁੰਚਾਉਣ, ਲੋਕਾਂ ਦੀ ਗੱਲ ਤੋਂ ਉਹ ਸੁਣਨ। ਉਹਦੇ ਬਾਅਦ ਮੈਂ ਕੀ ਬੋਲਦੀ ਹਾਂ, ਉੱਥੇ ਕੀ ਨਹੀਂ ਬੋਲਦੀ ਹਾਂ। ਜਿਹੜਾ ਕੁਝ ਆਇਆ ਹੈਗਾ ਇਹ ਐਵੇਂ ਨਹੀਂ ਆ ਗਿਆ ਹੈਗਾ। ਅੱਜ ਇੰਨੇ ਵੱਡੀ ਸਰਕਾਰ 'ਚ ਇਕਲੌਤੀ ਮੰਤਰੀ ਉੱਥੇ ਪੰਜਾਬ ਦੀ ਨੁਮਾਇੰਦਗੀ ਕਰਦੀ ਹੈ, ਤੇ ਪੰਜਾਬ 'ਚ ਭਾਵੇਂ ਹਸਪਤਾਲ ਦੇਖ ਲਓ, ਭਾਵੇਂ ਜਿਹੜਾ ਲੋਕਾਂ ਦੇ ਅਕਾਊਂਟ 'ਚ ਆਇਆ, ਭਾਵੇਂ ਜਿਹੜਾ ਰਾਸ਼ਨ ਪਾਣੀ ਹੈ, ਸਾਰੇ ਸਬੂਤਾਂ ਸਮੇਤ ਦਿਖਾਇਆ ਹੈਗਾ। ਇਹ ਆਪਣੀ ਕੇਂਦਰ ਤੋਂ ਸਰਕਾਰ ਤੋਂ ਲਾ ਕੇ ਦਿੱਤਾ ਹੈ। ਮਨਪ੍ਰੀਤ ਬਾਦਲ ਇੰਨਾ ਹੀ ਜਵਾਬ ਦੇ ਦੇਣ ਆਪਣੀ ਸਰਕਾਰ ਵੱਲੋਂ ਕਿ ਜਿਹੜਾ ਕੇਂਦਰ ਨੇ ਭੇਜਿਆ ਉਹ ਗਿਆ ਕਿੱਥੇ, ਲੋਕਾਂ ਤਾਈਂ ਕਿਉਂ ਨਹੀਂ ਪਹੁੰਚੇ, ਇਹਦਾ ਜਵਾਬ ਉਹ ਦੇ ਦੇਣ। ਜਿਵੇਂ ਦੱਸਦੇ ਕਿ ਇਕੱਲੇ ਪੰਜਾਬ ਤੋਂ ਹੀ ਨਹੀਂ, ਲੇਕਿਨ ਪੰਜਾਬ ਤੋਂ ਬਾਹਰ ਤੋਂ ਵੀ ਕਾਲਸ ਆ ਰਹੀਆਂ ਨੇ। ਸੋ ਮੈਨੂੰ ਲੱਗਦਾ ਹੈ ਕਿ ਇੱਕ ਨਵਾਂ ਇੱਕ ਬੈਂਚਮਾਰਕ ਇਹ ਹੋਊਗਾ ਲੋਕਾਂ ਨੂੰ ਸਿਹਤ ਸਹੂਲਤਾਂ ਆਪਣੇ ਡੋਰ ਸਟੈਪ ਤਾਈਂ ਪਹੁੰਚਾਉਣ ਵਾਸਤੇ। ਸੋ ਇਹਦਾ ਵੀ ਆਪਾਂ ਸ਼ੁਕਰਾਨਾ ਪਰਮਾਤਮਾ ਦੀ ਵੀ ਕਰਦੇ ਹਾਂ ਤੇ ਕੇਂਦਰ ਦੀ ਸਰਕਾਰ ਦਾ ਵੀ ਕਰਦੇ ਹਾਂ, ਜਿਨ੍ਹਾਂ ਨੇ ਇੰਨੀ ਵੱਡੀ ਆ ਫੈਸਿਲਿਟੀ ਇਸ ਇਲਾਕੇ ਵਿੱਚ ਦਿੱਤੀ ਹੈ। ਮੈਡਮ ਫੰਡਾਂ ਨੂੰ ਲੈ ਕੇ ਬੜੀ ਬਿਆਨਬਾਜ਼ੀ ਚੱਲ ਰਹੀ ਹੈ ਤੁਹਾਡੇ ਤੇ ਕੈਪਟਨ ਸਰਕਾਰ ਕੈਪਟਨ ਵੱਲੋਂ ਬਿਆਨਬਾਜ਼ੀ ਚੱਲ ਰਹੀ ਹੈ, ਕੀ ਸੱਚਾਈ ਉਹਦੀ? ਸੱਚਾਈ ਤਾਂ ਮੈਂ ਤਾਂ ਆંકੜੇ ਸਮੇਤ ਕਾਗਜ਼ ਦਿਖਾਤੇ ਨੇ। ਹੁਣ ਇਹ ਤਾਂ ਉਹੀ ਦੱਸਣ ਜਿੱਥੇ ਵਿੱਤ ਮੰਤਰੀ ਸਾਹਿਬ ਨੇ ਆਪ ਕਿਹਾ ਕਿ ਇਹ ਫੰਡ ਆਏ ਨੇ, ਕੈਪਟਨ ਸਾਹਿਬ ਨੇ ਵੀ ਇਹਨਾਂ ਨੂੰ ਨਹੀਂ ਨਕਾਰਿਆ। ਸੋ ਜੇ ਹਜ਼ਾਰਾਂ ਕਰੋੜ ਦੇ ਫੰਡ ਮਹੀਨੇ ਭਰ 'ਚ 20 ਮਾਰਚ ਤੋਂ ਬਾਅਦ ਪੰਜਾਬ ਦੇ ਖਜ਼ਾਨੇ ਵਿੱਚ ਲੋਕਾਂ ਵਾਸਤੇ, ਇਹ ਫੰਡ ਕਿਸੇ ਮੁੱਖ ਮੰਤਰੀ ਦਾ ਜਾਂ ਵਿੱਤ ਮੰਤਰੀ ਦਾ ਜਾਂ ਸਰਕਾਰ ਦਾ ਨਹੀਂ, ਇਹ ਫੰਡ ਲੋਕਾਂ ਵਾਸਤੇ ਹੁੰਦੇ ਨੇ, ਲੋਕਾਂ ਦੇ ਪੈਸੇ ਹੁੰਦੇ ਨੇ, ਕਿਉਂਕਿ ਤੁਹਾਡੇ ਹੀ ਪੈਸਿਆਂ ਤੋਂ ਇਹ ਫੰਡ ਇਕੱਠੇ ਕੀਤੇ ਜਾਂਦੇ ਨੇ, ਤੇ ਇਹਨਾਂ ਫੰਡਾਂ ਰਾਹੀਂ ਤੁਹਾਡੀ ਤਕਲੀਫਾਂ ਨੂੰ ਦੂਰ ਕਰਨ ਦਾ ਸਰਕਾਰਾਂ ਦਾ ਫਰਜ਼ ਹੁੰਦਾ ਹੈ। ਸੋ ਜੇ 6000 ਕਰੋੜ ਦੇ ਫੰਡ ਤੁਹਾਡੇ SDRF 'ਚ ਪਏ ਹੋਏ ਨੇ ਤੇ 6000 ਦੇ ਬਰਾਬਰ ਦੇ ਫੰਡ ਤਕਰੀਬਨ ਮਹੀਨੇ ਭਰ 'ਚ ਅੱਡ-ਅੱਡ ਹੈਡਸ ਦੇ ਅੰਡਰ ਤੁਹਾਡੇ ਕੋਲ ਆ ਚੁੱਕੇ ਨੇ, ਫਿਰ ਜੇ 10-12 ਹਜ਼ਾਰ ਕਰੋੜ ਰੁਪਏ ਤੁਹਾਡੇ ਕੋਲ ਮਹੀਨੇ ਭਰ 'ਚ ਆਏ ਨੇ, ਫਿਰ ਕਿਉਂ ਨਰਸ ਕਹਿ ਰਹੀਆਂ ਨੇ ਕਿ ਸਾਡੇ ਕੋਲ ਕਿਟਾਂ ਨਹੀਂ ਹੈਗੀਆਂ, ਮਰੀਜ਼ ਕਹਿ ਰਹੇ ਨੇ ਕਿ ਇੱਥੇ ਪੀਣ ਦਾ ਪਾਣੀ ਜਾਂ ਥਰਮੋਮੀਟਰ ਨਹੀਂ ਹੈਗਾ, 4-4 ਮਹੀਨਿਆਂ 6-6 ਮਹੀਨਿਆਂ ਵਾਸਤੇ ਨਰਸਾਂ ਦੀ ਸੈਲਰੀ ਨਹੀਂ ਦਿੱਤੀਆਂ ਗਈਆਂ ਨੇ। ਇੰਨੇ ਵੱਡੇ ਸੂਬੇ ਵਿੱਚ 3 ਕਰੋੜ ਦੀ ਆਬਾਦੀ 'ਚ 6-7 ਹਜ਼ਾਰ ਹੀ ਟੈਸਟ ਕੀਤੇ ਗਏ ਨੇ, ਫਿਰ ਕਿਉਂ ਕਿਟਾਂ ਨਹੀਂ ਦਿੱਤੀਆਂ ਜਾ ਰਹੀਆਂ ਇਹਨਾਂ ਲੋਕਾਂ ਨੂੰ? ਤੇ ਦੂਜੇ ਪਾਸੇ ਜਿੱਥੇ ਇੰਨਾ ਵੱਡਾ ਨੁਕਸਾਨ ਹੋਇਆ ਹੈ ਗਰੀਬਾਂ ਦਾ ਤੇ ਸੂਬੇ ਦਾ, ਜਿੱਥੇ ਮਹੀਨੇ ਭਰ 'ਚ ਲੋਕਾਂ ਦਾ ਖਾਣ ਪੀਣ ਦਾ ਸਾਰਾ ਕੁਝ ਸਮਾਨ ਖਤਮ ਹੋ ਗਿਆ ਹੈ, ਫਿਰ 70,000 ਟਨ ਜਿਹੜਾ ਕੇਂਦਰ ਦੀ ਸਰਕਾਰ ਨੇ ਸੂਬੇ ਦੀ ਸਰਕਾਰ ਨੂੰ ਦੇ ਕੇ, ਜਿਹਦੇ ਵਿੱਚੋਂ 40,000 ਟਨ ਤੁਸੀਂ ਚੱਕ ਵੀ ਲਿਆ ਆਪਣੇ ਗੋਡਾਊਨਾਂ ਤੋਂ ਲੈ ਕੇ ਲੋਕਾਂ ਨੂੰ ਪਹੁੰਚਾਉਣਾ ਹੈ, ਤੇ ਉਹ ਲੋਕਾਂ ਤਾਈਂ ਕਿਉਂ ਨਹੀਂ ਪਹੁੰਚਿਆ ਹੈਗਾ? 5 ਕਿਲੋ ਕਣਕ, 1 ਕਿਲੋ ਦਾਲ। ਅੱਜ ਮੈਂ ਤੁਹਾਡੇ ਤੋਂ ਪੁੱਛਦੀ ਹਾਂ, ਤੁਸੀਂ ਤਾਂ ਲੋਕਾਂ ਦੇ ਵਿੱਚ ਰਹਿਣ ਵਾਲੇ ਹੋ, ਗਰੀਬਾਂ ਤੇ ਹਾਹਾਕਾਰ ਮਚੀ ਹੈ ਕਿ ਨਹੀਂ? ਤੁਹਾਡੇ ਇਸ ਇਲਾਕੇ ਦੇ ਵਿੱਤ ਮੰਤਰੀ ਖੁਦ ਕਹਿੰਦੇ ਕਿ ਕਰੋੜ ਰੁਪਇਆ ਸਾਨੂੰ ਆ ਗਿਆ ਹੈਗਾ DC ਦੇ ਖਜ਼ਾਨੇ 'ਚ ਪਿਆ, ਲੇਕਿਨ ਅਸੀਂ ਦਵਾਨੀ ਨਹੀਂ ਖਰਚੀ ਕਿਉਂਕਿ ਲੋਕੀ ਖਰਚੀ ਜਾ ਰਹੇ ਨੇ। ਕਿਉਂ ਲੋਕਾਂ ਦੇ ਉੱਤੇ ਭਾਰ ਪਾ ਰਹੇ ਹੋ? ਜਦ ਕੇਂਦਰ ਦੀ ਸਰਕਾਰ ਨੇ ਤੁਹਾਨੂੰ ਖਾਣ ਪੀਣ ਗਰੀਬਾਂ ਲੋਕਾਂ ਦੇ ਵਿੱਚ 1.5 ਕਰੋੜ ਲੋਕਾਂ ਦੇ ਵਿੱਚ ਵੰਡਣ ਵਾਸਤੇ ਤੁਹਾਨੂੰ ਭੇਜਿਆ ਹੋਇਆ ਹੈ, ਕਿ ਤੁਸੀਂ ਇੰਨੀ ਖੇਚਲ ਨਹੀਂ ਕਰ ਸਕਦੇ ਕਿ ਗੋਡਾਊਨਾਂ ਤੋਂ ਕੱਢ ਕੇ ਲੋਕਾਂ ਤਾਈਂ ਪਹੁੰਚਾ ਸਕਦੇ ਹੋ? ਜੇ ਤੁਹਾਨੂੰ ਹਜ਼ਾਰਾਂ ਕਰੋੜ ਰੁਪਏ ਭੇਜੇ ਨੇ, ਤੇ ਕੀ ਤੁਸੀਂ ਇਹ ਪੈਸੇ ਜੇ ਦਿੱਲੀ ਦੀ ਸਰਕਾਰ ਆਪਣੇ ਖਜ਼ਾਨੇ ਤੋਂ ਹਰ ਕਿਸਾਨ ਦੇ ਖਾਤੇ ਵਿੱਚ 2000 ਪਹੁੰਚਾ ਸਕਦੀ ਹੈ, गरीब बीबी के खाते में 500 पहुँचा सकती है, बुजुर्गों को 500 पहुँचा सकती है। किसी के ऊपर हमला करें, कभी आप हेल्थ वर्कर्स के ऊपर हमला करें, कभी आप मीडिया के ऊपर, ये हमला तो किसी चीज़ का जवाब नहीं होता, और जिन्होंने किया उनके खिलाफ पूरी कार्रवाई, बनती हुई कार्रवाई होनी चाहिए। थैंक यू। सकती है तो कि फिर सूबे की सरकार च हज़ारा करोड़ आए ने कि ये किसी की मदद नहीं कर सकते? बिजली का बिल घटा देन, कुछ तो ऐलान करन, इन्ने सारे पैसे जो आए हुए हैं, होर पैसे मंगी जा रहे हैं, लेकिन जो आए हैं उन्होंने तो हिसाब किताब तुम दे दो। कैप्टन साहब ने गृह मंत्रालय चिट्ठी लिखी है शराब के ठेके खोलने वास्ते पंजाब में। तो कैप्टन साहब थोड़ी घाट कमी पा गई होगी, जो घर च होगा मुक गया उन्होंने। ਜਿਹੜਾ ਕਿਹਾ ਜਾ ਰਿਹਾ ਸੀ ਕਿ ਕੇਂਦਰ ਵੱਲੋਂ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ, ਜਿਹੜੇ ਪਿਛਲੇ 19 ਤਰੀਕ ਨੂੰ ਚੀਫ ਸੈਕਟਰੀ ਮਹਾਰਾਸ਼ਟਰ ਦੇ ਨਾਲ ਮੇਰੀ ਜਦ ਸਵੇਰੇ ਗੱਲ ਹੋਈ ਹੈ, ਉਹਨਾਂ ਨੇ ਮੈਨੂੰ ਆਪ ਕਿਹਾ ਕਿ ਮੈਨੂੰ ਹੋਮ ਮਿਨਿਸਟਰੀ ਤੋਂ ਫੋਨ ਆ ਗਿਆ ਹੈਗਾ, ਸਾਨੂੰ ਮਨਜ਼ੂਰੀ ਮਿਲ ਗਈ। ਹੁਣ ਮੈਂ SOP ਕੱਢ ਕੇ ਨੰਦੇੜ ਦੇ DM ਨੂੰ ਫੋਨ ਕਰਕੇ ਉਹਨਾਂ ਦਾ ਮੈਡੀਕਲ ਟੈਸਟ ਕਰਾ ਕੇ ਪੰਜਾਬ ਸਰਕਾਰ ਨੂੰ ਇਨਫੋਰਮ ਕਰਾਂ ਕਿ ਤੁਸੀਂ ਆਪਣੇ ਬੰਦੇ ਲੈ ਜਾਓ। ਜਿਹੜਾ 19 ਤਰੀਕ ਨੂੰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ SOP ਕੱਢ ਦਿਓ, ਲੇਕਿਨ ਜਿੰਨਾ ਟਾਈਮ ਤੁਹਾਨੂੰ ਆਰਡਰ ਕੱਢਣ 'ਚ ਲੱਗਦਾ, ਇੱਕ ਵਾਰੀ ਫੋਨ ਕਰਕੇ DM ਨੂੰ ਕਹਿ ਦਿਓ ਕਿ ਮੈਡੀਕਲ ਟੈਸਟ ਜਲਦੀ ਸ਼ੁਰੂ ਕਰਾ ਦੇ, ਕਿ 3-4 ਹਜ਼ਾਰ ਬੰਦਿਆਂ ਦਾ ਕਰਨ 'ਚ ਸਮਾਂ ਲੱਗ ਸਕਦਾ ਹੈ। ਬੱਸਾਂ ਸਾਡੀ ਪਾਰਟੀ ਨੇ ਤਿਆਰ ਕਰਕੇ ਉੱਥੇ ਖੜੀ ਕਰਤੀਆਂ, ਤੁਸੀਂ ਬਸ ਚੜਾਓ ਤੇ ਲੋਕਾਂ ਨੂੰ ਰਵਾਨਾ ਕਰੋ। ਮਹੀਨਾ ਬਹੁਤ ਲੰਬਾ ਸਮਾਂ ਹੁੰਦਾ ਇਹਨਾਂ ਵਾਸਤੇ। ਇਹ ਸਾਰੀ ਚੀਜ਼ਾਂ ਦੇ ਹੋਣ ਦੇ ਬਾਵਜੂਦ ਜਦ ਅਗਲੇ ਦਿਨ ਮੈਨੂੰ ਪਤਾ ਲੱਗਿਆ
कि जी कोई गल चल रही है कि जी सानू परमिशन रिवोक कर दी गई है। फिर 20 तरीक शाम को सुखबीर जी ने उद्धव ठाकरे जी नाल गल की ते उद्धव जी ने कहा कि हाँ परमिशन आ गई, मैं पता करदा कि होया कि। जब 21 तरीक तक कुछ नहीं होया तो बादल साहब ने भी गल की ते फिर उन्होंने कोई परमिशन की जब गल की, फिर मैं दिल्ली गई सीधे। कोई अजकल घरों निकलन को नहीं तैयार, लेकिन अपनी जिम्मेवारी सह कि माँ होने के नाते मैं समझदी हाँ कि किसी बीबी नूं महीना पर आपदे बच्चे छड़ के आपदे बुजुर्ग छड़ के बुजुर्गों की दवाइयां खत्म हो जाए, 100 चीज़ां होंदियां ने। उत्थे एक साडे बुजुर्गों का हार्ट अटैक भी हो गया। सो कई तकलीफां देख के फिर मैं सीधे दिल्ली भजी, उत्थे जाके होम मिनिस्टर साहब नूं मिल के अपने सामने उद्धव जी नूं फोन उन्हां तो कराए, मुख्यमंत्री साहब तो सारी परमिशनां दे के जब उद्धव जी ने जब सीएम महाराष्ट्र ने कहा कि ठीक है असी लोगों नूं भेजण वास्ते तैयार ने, ਉਹਦੇ बाद होम सैकटरी ने चीफ सैकटरी ਨੂੰ कहा। फिर मैं कहा कि आज मैं पंजाब सरकार ਨੂੰ ਹੁਣ मैं बेनती करदी हाँ, क्योंकि ये काम सरकार ते सरकार दे लेवल 'ਚ होने वाली गल्लां हैगियां। ਤੁਸੀਂ देखिया गुजरात सरकार अपने बंदिਆਂ ਨੂੰ हरिद्वार तो लैके गई, ਤੁਸੀਂ देखिया कि मध्य प्रदेश की सरकार कोटा तो अपने लोगों ਨੂੰ लैके गई, ਤੁਸੀਂ देखिया योगी जी अपने बंदे ਨੂੰ लैके गए। सो ये फर्ज पंजाब सरकार का बनता सी कि महीने भर 'ਚ ਤੁਸੀਂ अपने लोगों ਨੂੰ वापस लाने का इंतजाम ਤੁਸੀਂ करो। लेकिन जो वो नहीं कर पाए, मैं अपना फर्ज समझ के केंद्र तो मंजूरियां दिलवातियां। हुण महाराष्ट्र 'ਚ उन्हां दी सरकार है, राजस्थान 'ਚ उन्हां दी सरकार है, सूबे की सरकार ने सहमति देनी है कि असीं अपने बंदियां नूं लै लांगे। हुण जिहड़ी कार्रवाई केंद्र तो करनी सी वो सारी करवा के मंजूरियां देती। कैप्टन साहब ने आप इस गल नूं मन्निया हैगा ते हुण बेनती करदे हां कि पंजाब सरकार साडी बसां उत्थे तैयार पईयां ने, हुण तुसीं सारा कुछ करके देश विच दुनिया विच लोकी होए ने। लेकिन जिथे मैं समझदी हां कि अपने नंदेड़ या इहो ਜਿਹੇ जिथे अपने किसान फसे हो, क्योंकि ये जी फसल है ये तो किसी वास्ते रुकूगी नहीं। जे फसल की कटाई नहीं होगी, ਉਹਦਾ ਮੰਡੀਕਰਨ नहीं होगा, फसल तो रुल जूगी। सो इन्हों जिथे आप किसानी वास्ते ये सारा अलाउ किया गया है, जिहदे करके इन्हों भी अपनी जिहड़ा हक जिहड़ा अलाउ किया अलाउ करना चाहिए। हाँ बच्चों का है बहुत औखा है, बथेरे लोग औखे ने, साढ़े अपने रिश्तेदार परिवार के मैंबर कई इहो ਜਿਹੇ ने। तो उम्मीद करदी हाँ कि इन्होंने बच्चों सेफ रहना सब तो ज़्यादा जरूरी है, जिथे भी ने उत्थे सेफ। क्योंकि ये जिवें तुहानूं पता है कड़ी नूं तोड़ना जरूरी सी, कड़ी तां ही तोड़ी जा सकती है जिहड़ा जिथे उन्होंने उत्थे रखीए। कल बच्चों का करिए फिर कोई होर फिर ये सारा सिस्टम हो जाता है। बहुत औखे ने, उम्मीद करदी हाँ जल्दी ये अपने घर भी ये भी वापस किया गया हैगा इस एम्स दे नाल, ताकि इत्थे जिहड़े बच्चे ने जिवें पढ़ाई कर रहे हैं वो जाके रूरल हस्पताल 'ਚ जाके रूरल पेशेंट्स को भी ट्रीट भी करनगे तो उन्होंने तो सीखणगे भी कि बीमारियां किहो जी होंदियां ते इलाज किहो जिहा होंदा। सो डॉक्टर साहब दसणगे इहदे बारे। एम्स बठिंडा दे नाल जिहड़ा बादल पिंड है ਉਹਨੂੰ ਇਹਨਾਂ ਨੇ ਐਗਰੀਮੈਂਟ ਦੇ ਦਿੱਤੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੇ ਕਿ ਜਿਹੜੇ ਸਾਡੇ ਸਟੂਡੈਂਟਸ ਹੋਣਗੇ ਸੈਕੰਡ ਈਅਰ ਵਾਲੇ ਤੇ ਇੰਟਰਨਸ ਹੋਣਗੇ ਉਹ ਉੱਥੇ ਜਾ ਕੇ ਉਹਨਾਂ ਨੂੰ ਸਰਵ ਕਰਨਗੇ। 3 ਮਹੀਨੇ ਲਈ ਉਹਨਾਂ ਦੀ ਟ੍ਰੇਨਿੰਗ ਲੱਗੇਗੀ ਬਾਦਲ ਪਿੰਡ ਦੇ ਵਿੱਚ ਤੇ ਸਟੂਡੈਂਟਸ ਨੂੰ ਉੱਥੇ ਸਾਰੇ ਰੂਰਲ ਪੇਸ਼ੈਂਟਸ ਨੂੰ ਐਗਜ਼ਾਮਿਨ ਕਰਨ ਦਾ ਤੇ ਰੂਰਲ ਪੇਸ਼ੈਂਟਸ ਦੇ ਨਾਲ ਇੰਟਰੈਕਟ ਕਰਨ ਦਾ ਟਾਈਮ ਮਿਲੂਗਾ, ਸੋ ਦੈਟ ਉਹਨਾਂ ਨੂੰ ਵਿਲੇਜ ਦੀਆਂ ਪ੍ਰੋਬਲਮ ਨੂੰ ਸਮਝ ਸਕਣ ਕਿ ਵਿਲੇਜ ਦੇ ਪੇਸ਼ੈਂਟ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਫੀਲ ਕਰਦੇ ਆ। ਉਹਨਾਂ ਦੀ ਹਾਊਸ ਵਿਜ਼ਿਟ ਵੀ ਹੁੰਦੀ ਆ, ਸਾਰੇ ਬੱਚੇ ਜਾਣਗੇ ਉਹਨਾਂ ਦੇ ਘਰ ਪੇਸ਼ੈਂਟ ਦੇ, ਉਹਨਾਂ ਦੇ ਘਰ ਜਾ ਕੇ ਹਾਊਸ ਪ੍ਰੋਬਲਮਸ ਵੀ ਸੁਣਨਗੇ ਤੇ ਉਹਨਾਂ ਦੇ ਜਿਹੜੇ ਹਾਊਸ ਹੋਲਡ ਪ੍ਰੋਬਲਮਸ ਦੀ ਵਜ੍ਹਾ ਨਾਲ ਬਿਮਾਰੀਆਂ ਆਉਂਦੀਆਂ ਉਹਨਾਂ ਤੋਂ ਵੀ ਉਹਨਾਂ ਨੂੰ ਨੌਲੇਜ ਮਿਲੇਗੀ। ਬਾਕੀ ਇੰਟਰਨਸ ਦੀ 3-3 ਮਹੀਨੇ ਪੋਸਟਿੰਗ ਵੀ ਲਗਾਈ ਜਾਏਗੀ ਤਾਂ ਕਿ ਉਹਨਾਂ ਨੂੰ ਕਮਿਊਨਿਟੀ ਦੇ ਨਾਲ ਇੰਟਰੈਕਟ ਕਰਨ ਦੀ ਵੀ ਪਤਾ ਚੱਲੇ, ਇੰਟਰਨਸ ਨੂੰ ਉਹਨਾਂ ਦੇ ਨਾਲ ਐਕਸਪੀਰੀਅੰਸ ਵੀ ਹੋਵੇਗੀ ਰੂਰਲ ਬੈਕਗ੍ਰਾਉਂਡ 'ਚ ਪੇਸ਼ੈਂਟਸ ਨੂੰ ਕਿਸ ਤਰ੍ਹਾਂ ਦੀਆਂ ਪ੍ਰੋਬਲਮ। ਸੋ ਇਹ ਬਹੁਤ ਵੱਡੀ ਮੈਡਮ ਦੀ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਦੀ ਇੱਕ ਐਗਰੀਮੈਂਟ ਹੈਗੀ ਹੈ। ਇਹ ਕਮਿਊਨਿਟੀ ਲਈ ਬਹੁਤ ਹੀ ਫਾਇਦੇਮੰਦ ਚੀਜ਼ ਹੈ ਕਿ ਸਾਨੂੰ ਏਮਸ ਬਠਿੰਡਾ ਨੂੰ ਜਿਹੜਾ ਕਿ ਮੈਡੀਕਲ ਕਾਉਂਸਲ ਆਫ ਇੰਡੀਆ ਦੇ ਹਿਸਾਬ ਨਾਲ ਵੀ ਮੈਡੀਕਲ ਦੇ ਹਿਸਾਬ ਨਾਲ ਵੀ ਰੂਰਲ ਬੈਕਗ੍ਰਾਉਂਡ ਦੀ ਟ੍ਰੇਨਿੰਗ ਬੱਚਿਆਂ ਲਈ ਜ਼ਰੂਰੀ ਹੈ ਤੇ ਉਸ ਲਈ ਇਹਨਾਂ ਨੇ ਇਹਨੂੰ ਬਹੁਤ ਵੱਡਾ ਹਸਪੀਟਲ ਹੈ ਜਿਹੜਾ ਰੂਰਲ ਸੈਂਟਰ ਉਹ ਲਿੰਕ ਕੀਤਾ, ਜਿਹੜਾ ਕਿ ਬਾਦਲ ਦਾ ਸਿਵਲ ਹਸਪੀਟਲ। ਤੇ ਇਹ ਤੁਸੀਂ ਦੇਖੋ ਕਿ ਜਿਹੜੇ ਗਰੀਬ ਵਿਚਾਰੇ ਉੱਥੋਂ ਬਠਿੰਡੇ ਤਾਂ ਆਉਣਾ ਵੀ ਉਹਨਾਂ ਨੂੰ ਔਖਾ ਹੈਗਾ, ਉਹਨਾਂ ਨੂੰ ਕਿੰਨੀ ਵੱਡੀ ਉਹ ਸਾਰੇ ਇਲਾਕੇ ਦੇ ਗਰੀਬਾਂ ਨੂੰ ਕਿੰਨੀ ਵੱਡੀ ਹੈਲਥ ਕੇਅਰ ਫੈਸਿਲਿਟੀ ਉੱਤੇ, ਜਿੱਥੇ ਆਪਣੇ ਹਸਪਤਾਲਾਂ 'ਚ ਇੱਕ ਅੱਧਾ ਡਾਕਟਰ ਵੀ ਨਹੀਂ ਹੈਗਾ। ਜ਼ਿਆਦਾਤਰ ਸਰਕਾਰੀ ਹਸਪਤਾਲਾਂ ਦਾ ਹਾਲ ਇਹ ਹੋ ਗਿਆ ਮਸਾ ਕੋਈ ਡਾਕਟਰ ਹੈਗਾ ਉੱਥੇ। ਆ ਦੇਖੋ MBBS 7-8 ਲੋਕ ਮਿਲਣਗੇ ਜਿਹੜੇ ਆਲ ਦਾ ਟਾਈਮ ਪ੍ਰੈਜ਼ੈਂਟ ਹੋਣਗੇ ਉਸ ਟਾਈਮ ਤੇ ਡਿਊਟੀ ਤੇ, ਸੋ ਦੈਟ ਉਹਨਾਂ ਨੂੰ ਐਮਰਜੈਂਸੀ ਕੋਈ ਵੀ ਆ ਜਾਂਦੀ ਹੈ ਤੇ ਜਦੋਂ ਇੰਟਰਨ ਸਾਡੇ ਜਾਣਗੇ ਤਾਂ ਉੱਥੇ ਰਹਿਣਗੇ, ਉਹਨਾਂ ਨੂੰ ਉੱਥੇ ਰਹਿ ਕੇ ਫੈਸਿਲਿਟੀ ਦੇ। ਇਹ ਰੂਰਲ ਤੇ ਗਰੀਬਾਂ ਵਾਸਤੇ ਇੱਕ ਬਹੁਤ ਵੱਡੀ ਵਰਦਾਨ ਸਾਬਿਤ ਹੋਗਾ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ। ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।